Good morning, BSc second year students. Today we are going to discuss about leukemia. So the word leukemia comes from the Greek word that is leukos, which means white, and emia means blood. So leukemia is a cancer of the blood forming cells in the bone marrow. ਸੋ ਲਿਕਿਊਮੀਆ ਕੀ ਹੈ? ਇੱਕ ਕੈਂਸਰ ਹੈ ਜਿਹੜਾ ਬਲੱਡ ਦੇ ਵਿੱਚ ਹੁੰਦਾ, ਠੀਕ ਹੈ। ਲਿਕਿਊਮੀਆ ਮੀਨਸ ਵਾਈਟ ਬਲੱਡ ਸੈਲਸ, ਠੀਕ ਹੈ। ਤਾਂ ਇਸ ਕੰਡੀਸ਼ਨ ਦੇ ਵਿੱਚ ਕੀ ਹੋ ਰਿਹਾ? ਕੈਂਸਰ ਹੋ ਰਿਹਾ, ਠੀਕ ਹੈ। ਕਿਹੜੇ ਸੈਲਸ ਦਾ ਹੋ ਰਿਹਾ? ਵਾਈਟ ਬਲੱਡ ਸੈਲਸ ਦਾ। ਔਰ ਮੇਨਲੀ ਵਾਈਟ ਬਲੱਡ ਸੈਲਸ ਦਾ ਫੰਕਸ਼ਨ ਕੀ ਹੁੰਦਾ ਬਾਡੀਜ਼? ਦੇ ਪ੍ਰੋਵਾਈਡ ਦ ਇਮਿਊਨਿਟੀ ਟੂ our body. They always prepare to fight against the antigens. So in case of leukemia, here is the cancer of the WBCs. So in cancer there are formation of some faulty and uncontrollable WBCs. So leukemia is a cancer of the blood forming cells in the bone marrow. Now we will discuss about the definition of the leukemia. So leukemia is a malignant disorder that involves the bone marrow and blood system. Leukemia results in the uncontrolled growth of abnormal white blood cells. As a result of uncontrolled growth of the leukemia cells in the bone marrow, there is inadequate space in the bone marrow for the normal blood production, that is hematopoiesis, to occur. The lack of the normal blood growth result in the lack of the normal white blood cells, lack of the normal RBC cells, and lack of the normal platelet cells. So here we divide the definition into some small portions. Here I mentioned due to uncontrolled growth of WBCs means ਜਦੋਂ ਕੈਂਸਰ ਹੁੰਦਾ, ਠੀਕ ਹੈ, ਜਿਹੜਾ WBC ਹੈ ਉਹਦੀ ਕੰਟਰੋਲ ਗਰੋਥ ਜਿਹੜੀ ਹੈਗੀ ਆ ਉਹ ਅਨਕੰਟਰੋਲ ਹੋ ਜਾਂਦੀ ਆ। ਅਨਨੀਡਡ ਐਂਡ ਅਨਕੰਟਰੋਲਡ ਗਰੋਥ ਆਫ WBCs ਆਰ ਪ੍ਰੈਜ਼ੈਂਟ ਦੇਅਰ। ਸੋ ਇਹਦੇ ਨਾਲ ਕੀ ਹੋਏਗਾ? ਇਨਐਡਿਕੁਏਟ ਹੀਮੈਟੋਪੋਇਸਿਸ। ਸੋ ਹੀਮੈਟੋਪੋਇਸਿਸ ਕੀ ਹੁੰਦਾ? ਇਟ ਇਜ਼ ਦਾ ਪ੍ਰੋਡਕਸ਼ਨ ਆਫ ਦਾ ਬਲੱਡ ਸੈਲਸ। ਸੋ ਜਦੋਂ ਕੈਂਸਰ ਹੋਏਗਾ WBCs ਦਾ, ਠੀਕ ਹੈ, ਤਾਂ ਉਹਦੇ ਨਾਲ ਕੀ ਹੋਏਗੀ? ਜਿਹੜੀ ਹੀਮੈਟੋਪੋਇਸਿਸ ਦੀ ਪ੍ਰੋਸੈਸ ਆ, ਮੀਨਸ ਬਲੱਡ ਪ੍ਰੋਡਕਸ਼ਨ ਦੀ ਜਿਹੜੀ ਪ੍ਰੋਸੈਸ ਆ ਉਹ ਕੀ ਹੋ ਜਾਏਗੀ? ਇਨਐਡਿਕੁਏਟ ਹੋ ਜਾਏਗੀ, ਠੀਕ ਹੈ। ਹੁਣ ਇਹਦੇ ਨਾਲ ਕੀ ਹੋਏਗਾ? ਡੈਟ ਇਜ਼ ਇੰਟਰਫੀਅਰੈਂਸ ਇਨ ਦਾ ਨਾਰਮਲ ਪ੍ਰੋਡਕਸ਼ਨ ਆਫ ਦਾ ਬਲੱਡ, ਠੀਕ ਹੈ। ਹੁਣ ਜਦੋਂ ਹੀਮੈਟੋਪੋਇਸਿਸ ਇਨਐਡਿਕੁਏਟ ਹੋ ਗਈ ਹੈ, ਐਜ਼ ਅ ਰਿਜ਼ਲਟ ਜਿਹੜੇ ਆਪਣੇ ਕੋਲ ਪ੍ਰੋਡਕਸ਼ਨ ਹੋ ਰਹੀ ਸੀ RBCs ਦੀ, WBCs ਦੀ, ਪਲੇਟਲੈਟ ਸੀ, ਉਹ ਸਾਰੀ ਪ੍ਰੋਡਕਸ਼ਨ ਆਪਣੇ ਕੋਲ ਕੀ ਹੋ ਜਾਏਗੀ? ਇਨਐਡਿਕੁਏਟ ਹੋ ਜਾਏਗੀ, ਠੀਕ ਹੈ। ਲੈਕ ਆਫ ਨਾਰਮਲ WBCs, ਲੈਕ ਆਫ RBCs ਔਰ ਲੈਕ ਆਫ ਨਾਰਮਲ ਪਲੇਟਲੈਟਸ, ਠੀਕ ਹੈ। ਹੁਣ ਜਦੋਂ ਇਹਨਾਂ ਦੀ ਪ੍ਰੋਡਕਸ਼ਨ ਅਬਨੋਰਮਲ ਹੋ ਰਹੀ ਹੈ, ਠੀਕ ਹੈ, ਨਾਰਮਲ ਪ੍ਰੋਡਕਸ਼ਨ ਨਹੀਂ ਹੋ ਰਹੀ, ਤਾਂ ਉਹਨਾਂ ਦੇ ਜਿਹੜੇ ਫੰਕਸ਼ਨਸ ਨੇ ਉਹ ਵੀ ਆਪਣੇ ਕੋਲ ਕੀ ਹੋ ਜਾਣਗੇ? ਇੰਪੇਅਰਡ ਹੋ ਜਾਣਗੇ। ਫੋਰ ਐਗਜ਼ਾਮਪਲ ਲੈਕ ਆਫ ਦਾ ਨਾਰਮਲ WBCs, ਅਗਰ WBCs ਦੀ ਪ੍ਰੋਡਕਸ਼ਨ ਅਬਨੋਰਮਲ ਹੋ ਰਹੀ ਹੈ ਤਾਂ WBCs ਦਾ ਮੇਨ ਫੰਕਸ਼ਨ ਕੀ ਹੁੰਦਾ? ਇਟ ਹੈਲਪ ਟੂ ਪ੍ਰੀਵੈਂਟ ਇਮਿਊਨਿਟੀ, ਠੀਕ ਹੈ। ਹੁਣ ਇਸ ਕੇਸ ਦੇ ਵਿੱਚ ਕੀ ਹੋਏਗਾ? ਜਦੋਂ ਅਬਨੋਰਮਲ WBCs ਪ੍ਰੋਡਕਟ ਹੋ ਰਿਹਾ ਤਾਂ ਉਹਦੇ ਨਾਲ ਕੀ ਹੋਏਗਾ? ਜਿਹੜਾ ਇਨਫੈਕਸ਼ਨ ਦਾ ਰਿਸਕ ਆ ਉਹ ਇਨਕਰੀਜ਼ ਹੋ ਜਾਏਗਾ, ਕਿਉਂਕਿ WBCs ਦੀ ਜਿਹੜੀ ਕੈਪੇਬਿਲਿਟੀ ਆ ਫੋਰਨ ਪਾਰਟੀਕਲਸ ਦੇ ਅਗੇਂਸਟ ਫਾਈਟ ਕਰਨ ਦੀ, ਉਹ ਕੀ ਹੋ ਜਾਏਗੀ? ਰਿਡਿਊਸ ਹੋ ਜਾਏਗੀ। ਦੈਨ ਲੈਕ ਆਫ ਨਾਰਮਲ RBCs। ਸੋ RBCs ਕੀ ਕਰਦੇ ਆ? there is a product hemoglobin that present in the RBCs, ਠੀਕ ਹੈ। ਤਾਂ ਹੀਮੋਗਲੋਬਿਨ ਕੀ ਕਰਦਾ? ਆਕਸੀਜਨ ਨੂੰ ਬਾਈਂਡ ਕਰਦਾ ਔਰ ਪੂਰੀ ਬਾਡੀ ਨੂੰ ਆਕਸੀਜਨ ਸਪਲਾਈ ਕਰਦਾ, ਨਿਊਟਰੀਐਂਟ ਸਪਲਾਈ ਕਰਦਾ। ਹੁਣ ਜਦੋਂ RBCs ਦੀ ਲੈਕਿੰਗ ਹੋਏਗੀ ਤਾਂ ਉਹਦੇ ਨਾਲ ਕੀ ਹੋਏਗਾ? ਆਕਸੀਜਨ ਸਪਲਾਈ ਨਹੀਂ ਹੋਏਗੀ ਪੂਰੀ ਬਾਡੀ ਨੂੰ, ਤਾਂ ਉਹਦੇ ਕਰਕੇ ਕੀ ਹੋਏਗਾ? ਫਟੀਗ ਪ੍ਰੈਜ਼ੈਂਟ ਹੋਏਗੀ, ਵੀਕਨੈਸ ਪ੍ਰੈਜ਼ੈਂਟ ਹੋਏਗੀ ਔਰ ਐਨੀਮੀਆ ਪ੍ਰੈਜ਼ੈਂਟ ਹੋਏਗਾ, ਠੀਕ ਹੈ। ਨੈਕਸਟ ਆ ਗਿਆ ਲੈਕ ਆਫ ਨਾਰਮਲ ਪਲੇਟਲੈਟਸ, ਠੀਕ ਹੈ। ਨੈਕਸਟ ਕੀ ਹੋ ਰਿਹਾ ਕਿ ਨਾਰਮਲ ਪਲੇਟਲੈਟਸ ਵੀ ਜਿਹੜੇ ਹੈਗੇ ਆ ਉਹ ਆਪਣੇ ਪ੍ਰੋਡਿਊਸ ਨਹੀਂ ਹੋ ਰਹੇ, ਤਾਂ ਉਸ ਕੰਡੀਸ਼ਨ ਦੇ ਵਿੱਚ ਕੀ ਹੋਏਗਾ? ਇਨਕਰੀਜ਼ ਰਿਸਕ ਆਫ ਬਲੀਡਿੰਗ। ਪਲੇਟਲੈਟਸ ਦਾ ਫੰਕਸ਼ਨ ਕੀ ਹੁੰਦਾ? ਬਲੱਡ ਕਲੌਟ ਫਾਰਮੇਸ਼ਨ ਕਰਦੇ ਆ, ਬਲੀਡਿੰਗ ਨੂੰ ਪ੍ਰੀਵੈਂਟ ਕਰਦੇ ਆ, ਕੋਈ ਟਰੋਮਾ ਹੋ ਜਾਏ, ਕੋਈ ਹੈਮਰੇਜ ਹੋ ਜਾਏ, ਤਾਂ ਹੁਣ ਇਸ ਕੰਡੀਸ਼ਨ ਦੇ ਵਿੱਚ ਕੀ ਹੋਏਗਾ? ਬਲੀਡਿੰਗ ਦੇ ਚਾਂਸਿਸ ਜਿਹੜੇ ਹੈਗੇ ਆ ਉਹ ਇਨਕਰੀਜ਼ ਹੋ ਜਾਣਗੇ, ਕਿਉਂਕਿ ਪਲੇਟਲੈਟ ਜਿਹੜੇ ਹੈਗੇ ਇਹ ਇਨਐਡਿਕੁਏਟ ਫਾਰਮ ਦੇ ਵਿੱਚ ਆ ਰਹੇ ਆ, ਠੀਕ ਹੈ। ਦਿਸ ਇਜ਼ ਆਲ ਅਬਾਊਟ ਦਾ ਡੈਫੀਨੇਸ਼ਨ ਆਫ ਦਾ leukemia or brief introduction of the leukemia. So as you all know, the normal count of the leukemia in the blood
So normal count of the leukemia in the blood is 4,000 to 11,000 per microliter in the blood. Now we now we move on the next topic, that is classification of the WBCs. So before going to classification, uh, I want to discuss about the some other terms related to the WBCs. For example, ਸੋ ਦੈਟ ਕਿ ਤੁਸੀਂ ਕਨਫਿਊਜ਼ ਨਾ ਹੋਵੋ ਉਹਨਾਂ ਟਰਮਸ ਦੇ ਨਾਲ, ਠੀਕ ਹੈ। ਤਾਂ ਉਹ ਟਰਮਸ ਕਿਹੜੀਆਂ ਨੇ ਆ ਰਹੀਆਂ ਨੇ ਜਿਹੜੀਆਂ WBC ਦੀ ਪ੍ਰੋਲੀਫਰੇਸ਼ਨ ਨਾਲ ਰਿਲੇਟਿਡ ਨੇ, ਠੀਕ ਹੈ। ਲਿਕਿਊਮੀਆ ਦੇ ਵਿੱਚ ਕੀ ਹੋ ਰਿਹਾ ਕਿ ਅਬਨੋਰਮਲ ਗਰੋਥ ਹੋ ਰਹੀ ਹੈ, ਅਨਕੰਟਰੋਲ ਗਰੋਥ ਹੋ ਰਹੀ ਹੈ, ਤਾਂ ਉਸਨੂੰ ਆਪਾਂ ਕੈਂਸਰ ਦੇ ਵਿੱਚ ਕੰਸੀਡਰ ਕਰਦੇ ਹਾਂ। ਬਟ ਸਮ ਅਦਰ ਰੈਲੀਵੈਂਟ ਕੰਡੀਸ਼ਨਸ ਹੈਗੀਆਂ ਜਿਹਦੇ ਵਿੱਚ WBCs ਦਾ ਅਮਾਊਂਟ ਜਿਹੜਾ ਹੈਗਾ ਉਹ ਇਨਕਰੀਜ਼ ਹੁੰਦਾ, ਠੀਕ ਹੈ। ਤਾਂ ਉਹ ਕੰਡੀਸ਼ਨਸ ਵੀ ਕਲੀਅਰ ਕਰ ਲਓ ਤਾਂ ਕਿ ਤੁਸੀਂ ਅੱਗੇ ਜਾ ਕੇ ਕਨਫਿਊਜ਼ ਨਾ ਹੋ ਲੈਕਿਊਮੀਆ ਔਰ ਅਦਰ ਜਿਹੜੀਆਂ ਕੰਡੀਸ਼ਨਸ ਆ ਰਹੀਆਂ ਨੇ WBCs ਇਨਕਰੀਜ਼ ਹੋਣ ਦੀਆਂ ਬਾਡੀ ਦੇ ਵਿੱਚ, ਠੀਕ ਹੈ। ਸੋ ਜਿਹੜੀ ਹੁਣ WBCs ਦੀ ਪ੍ਰੋਲੀਫਰੇਸ਼ਨ ਆ, ਠੀਕ ਹੈ। there are two types of proliferation of the WBCs. First is the reactive proliferation and second is the neoplastic. Neoplastic ਤੁਸੀਂ ਸਾਰੇ ਸਮਝਦੇ ਹੋ ਅੱਛੀ ਤਰ੍ਹਾਂ, neoplastic means the malignant cancer, ਠੀਕ ਹੈ। ਔਰ reactive proliferation ਆ ਗਈ ਹੈ ਜਿਹੜੀ ਨਾਰਮਲ ਕੰਡੀਸ਼ਨ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਹੈ। ਨਾਰਮਲ ਕੰਡੀਸ਼ਨ ਲਾਈਕ ਬਾਡੀ ਦੇ ਵਿੱਚ ਕੋਈ ਇਨਫੈਕਸ਼ਨ ਹੋਈ ਆ ਤਾਂ ਉਸ ਕੰਡੀਸ਼ਨ ਦੇ ਵਿੱਚ WBCs ਦਾ ਅਮਾਊਂਟ ਜਿਹੜਾ ਹੈਗਾ ਬਲੱਡ ਦੇ ਵਿੱਚ ਇਨਕਰੀਜ਼ ਹੋਏਗਾ। ਨਾਰਮਲ ਕੰਡੀਸ਼ਨ ਦੇ ਵਿੱਚ ਜਦੋਂ ਆਪਾਂ ਨੂੰ ਕੋਈ ਇਨਫੈਕਸ਼ਨ ਹੁੰਦੀ ਹੈ ਤਾਂ WBCs ਦਾ ਹੀ ਕੰਮ ਹੁੰਦਾ ਕਿ ਉਹਨਾਂ ਨੇ ਕੀ ਕਰਨਾ, ਐਂਟੀਜਨ ਦੇ ਅਗੇਂਸਟ ਫਾਈਟ ਕਰਨੀ ਹੈ, ਇਮਿਊਨਿਟੀ ਪ੍ਰੋਵਾਈਡ ਕਰਨੀ ਹੈ, ਠੀਕ ਹੈ। ਤਾਂ ਉਸ ਕੰਡੀਸ਼ਨ ਦੇ ਵਿੱਚ ਜਦੋਂ ਨਾਰਮਲ ਕੰਡੀਸ਼ਨ ਦੇ ਵਿੱਚ ਆਪਣੇ ਕੋਲ RBCs ਦਾ ਅਮਾਊਂਟ ਇਨਕਰੀਜ਼ ਹੋ ਰਿਹਾ ਤਾਂ ਉਸ ਟਾਈਮ ਆਪਾਂ ਕਿਹੜੀ ਟਰਮੀਨੋਲੋਜੀ ਯੂਜ਼ ਕਰਦੇ ਹਾਂ, ਠੀਕ ਹੈ। ਸੋ ਇਨ ਰਿਐਕਟਿਵ ਪ੍ਰੋਲੀਫਰੇਸ਼ਨ, when there is the inflammation, infection, any kind of trauma or any sort of stress, ठीक है। in a condition ਦੇ ਵਿੱਚ ਕੀ ਹੋ ਰਿਹਾ, reactive proliferation ਹੋ ਰਹੀ ਹੈ। reactive proliferation means ਇਹ ਵਾਲੀਆਂ reactions ਹੋ ਰਹੀਆਂ ਨੇ, infection ਹੋ ਰਹੀ ਹੈ, inflammation ਹੋ ਰਹੀ ਹੈ ਔਰ ਉਸ ਦੇ against means ਉਹ ਇਨਫੈਕਸ਼ਨ ਓਵਰਕਮ ਕਰਨ ਲਈ WBCs ਦਾ ਜਿਹੜਾ ਅਮਾਊਂਟ ਹੈਗਾ ਉਹ ਇਨਕਰੀਜ਼ ਹੋ ਰਿਹਾ, ਠੀਕ ਹੈ। ਫਰਦਰ ਰਿਐਕਟਿਵ ਪ੍ਰੋਲੀਫਰੇਸ਼ਨ ਡਿਵਾਈਡਡ ਇਨਟੂ the two types, leukocytosis and second is leukomoid reaction. So first is the leukocytosis, ठीक है। it depend on the further types of the WBCs, ठीक है। so as you already know, there are 5 types of the WBCs. First is the neutrophil, eosinophil, basophils, monocytes and lymphocytes. So these classification depend on the types of the WBCs, ठीक है। so leukocytosis ਦੀ ਕੰਡੀਸ਼ਨ ਦੇ ਵਿੱਚ ਫਸਟ ਆਪਣੇ ਕੋਲ ਆ ਰਿਹਾ ਨਿਊਟ੍ਰੋਫਿਲਿਕ ਲਿਊਕੋਸਾਈਟੋਸਿਸ, ਠੀਕ ਹੈ। ਤਾਂ ਨਿਊਟ੍ਰੋਫਿਲਿਕ ਲਿਊਕੋਸਾਈਟੋਸਿਸ ਦੀ ਕੰਡੀਸ਼ਨ ਕਦੋਂ ਰਾਈਜ਼ ਹੋਏਗੀ, ਜਦੋਂ ਕੋਈ ਪਾਇਓਜੈਨਿਕ ਕੰਡੀਸ਼ਨ ਪ੍ਰੈਜ਼ੈਂਟ ਹੈ, ਮੀਨ ਸੈਲਸ ਦੇ ਵਿੱਚ ਪਸ ਫਾਰਮੇਸ਼ਨ ਹੋ ਰਹੀ ਹੈ, ਠੀਕ ਹੈ। ਟਿਸ਼ੂਜ਼ ਦੇ ਵਿੱਚ ਪਸ ਫਾਰਮੇਸ਼ਨ ਹੋ ਰਹੀ ਹੈ ਤਾਂ ਪਾਇਓਜੈਨਿਕ ਕੰਡੀਸ਼ਨ ਹੈ, ਤਾਂ ਉਸ ਕੰਡੀਸ਼ਨ ਦੇ ਵਿੱਚ WBCs ਦਾ ਅਮਾਊਂਟ ਇਨਕਰੀਜ਼ ਹੋ ਰਿਹਾ, ਠੀਕ ਹੈ। ਬਟ ਟੋਟਲ ਪ੍ਰਪੋਰਸ਼ਨ ਦੇ ਵਿੱਚੋਂ ਕਿਹੜਾ ਟਾਈਪ, ਕਿਹੜੇ WBCs ਇਨਕਰੀਜ਼ ਹੋ ਰਹੇ ਹਨ, ਠੀਕ ਹੈ, ਤਾਂ ਆਪਾਂ ਉਹ ਚੈੱਕ ਕਰਦੇ ਹਾਂ, ਠੀਕ ਹੈ। ਤਾਂ ਉਸ ਕੰਡੀਸ਼ਨ ਨੂੰ ਆਪਾਂ ਕੀ ਬੋਲਦੇ ਹਾਂ, ਨਿਊਟ੍ਰੋਫਿਲਿਕ ਲਿਊਕੋਸਾਈਟੋਸਿਸ। ਇਸ ਕੰਡੀਸ਼ਨ ਦੇ ਵਿੱਚ ਕੀ ਹੋ ਰਿਹਾ ਕਿ ਪੰਜੋਂ ਜਿਹੜੀਆਂ ਟਾਈਪਸ ਹੈਗੀਆਂ WBCs ਦੀ, ਉਹਦੇ ਵਿੱਚੋਂ ਕੀ ਹੋ ਰਿਹਾ, ਸਿਰਫ ਇੱਕ ਪ੍ਰਪੋਰਸ਼ਨ ਨਿਊਟ੍ਰੋਫਿਲਸ ਆ ਜਿਹੜਾ ਉਹਦਾ ਅਮਾਊਂਟ ਕੀ ਹੋ ਰਿਹਾ, ਇਨਕਰੀਜ਼ ਹੋ ਰਿਹਾ ਡਿਊ ਟੂ ਪਾਇਓਜੈਨਿਕ ਕੰਡੀਸ਼ਨ, ਠੀਕ ਹੈ। ਸੋ ਨੈਕਸਟ ਇਜ਼ ਇਜ਼ਾਨੋਫਿਲਿਕ ਲਿਊਕੋਸਾਈਟੋਸਿਸ। ਇਜ਼ਾਨੋਫਿਲਿਕ ਲਿਊਕੋਸਾਈਟੋਸਿਸ ਦੀ ਕੰਡੀਸ਼ਨ ਕਦੋਂ ਪ੍ਰੈਜ਼ੈਂਟ ਹੋਏਗੀ, ਜਦੋਂ ਕੋਈ ਪੈਰਾਸਾਈਟਸ ਐਂਟਰ ਕਰਦੇ ਆ ਬਾਡੀ ਦੇ ਵਿੱਚ, ਤਾਂ ਉਸ ਕੰਡੀਸ਼ਨ ਦੇ ਵਿੱਚ ਇਜ਼ਾਨੋਫਿਲਸ ਦਾ ਪ੍ਰਪੋਰਸ਼ਨ ਜਿਹੜਾ ਹੈਗਾ ਉਹ ਇਨਕਰੀਜ਼ ਹੋ ਜਾਂਦਾ WBCs ਦਾ, ਠੀਕ ਹੈ। ਨੈਕਸਟ ਕੰਡੀਸ਼ਨ ਇਜ਼ ਬੇਸੋਫਿਲਿਕ ਲਿਊਕੋਸਾਈਟੋਸਿਸ। ਸੋ ਇਸ ਕੰਡੀਸ਼ਨ ਦੇ ਵਿੱਚ ਕੀ ਹੋਏਗਾ, ਅਗਰ ਕੋਈ ਐਲਰਜਿਕ ਡਰਗ ਰਿਐਕਸ਼ਨ, ਹਾਈਪਰ ਸੈਂਸਿਟਿਵਿਟੀ ਦੀ ਕੰਡੀਸ਼ਨ ਹੈਗੀ ਆ, ਉਸ ਕੰਡੀਸ਼ਨ ਦੇ ਵਿੱਚ ਆਪਣੇ ਕੋਲ ਜਿਹੜਾ ਬੇਸੋਫਿਲਸ ਦਾ ਪ੍ਰਪੋਰਸ਼ਨ ਹੈਗਾ, ਬੇਸੋਫਿਲਸ ਦਾ ਅਮਾਊਂਟ ਹੈਗਾ WBCs ਦਾ, ਬੇਸੋਫਿਲਸ ਉਹ ਇਨਕਰੀਜ਼ ਹੋਣਗੇ ਬਾਡੀ ਦੇ ਵਿੱਚ, ਠੀਕ ਹੈ। ਦੈਨ ਨੈਕਸਟ ਆ ਗਿਆ ਮੋਨੋਸਾਈਟੋਸਿਸ ਐਂਡ ਲਿੰਫੋਸਾਈਟੋਸਿਸ, ਠੀਕ ਹੈ।
ਸੋ ਲਿੰਫੋਸਾਈਟੋਸਿਸ ਕਦੋਂ ਇਨਕਰੀਜ਼ ਹੁੰਦੇ ਆ, ਜਦੋਂ ਟਿਊਬਰਕਲੋਸਿਸ ਦੀ ਕੰਡੀਸ਼ਨ ਹੁੰਦੀ ਹੈ। ਟਿਊਬਰਕਲੋਸਿਸ ਦੀ ਕੰਡੀਸ਼ਨ ਦੇ ਵਿੱਚ ਹਮੇਸ਼ਾ ਆਪਣੇ ਕੋਲ ਲਿਊਕੋਸਾਈਟੋਸਿਸ ਦਾ ਅਮਾਊਂਟ ਜਿਹੜਾ ਹੈਗਾ ਉਹ ਇਨਕਰੀਜ਼ ਹੋ ਜਾਂਦਾ ਬੋਡੀ ਬਲੱਡ ਦੇ ਵਿੱਚ, ਠੀਕ ਹੈ। ਔਰ ਮੋਨੋਸਾਈਟੋਸਿਸ ਦੀ ਕੰਡੀਸ਼ਨ ਕਦੋਂ ਪ੍ਰੈਜ਼ੈਂਟ ਹੁੰਦੀ ਹੈ, ਜਦੋਂ ਕੋਈ ਕ੍ਰੋਨਿਕ ਇਨਫਲਾਮੇਸ਼ਨ ਹੋਏ। ਮੀਨਸ ਆਪਾਂ ਬਹੁਤ ਸਾਰੀਆਂ ਡਿਜ਼ੀਜ਼ ਕੰਡੀਸ਼ਨ ਡਿਸਕਸ ਕਰਦੇ ਹਾਂ, ਐਕਿਊਟ ਕੰਡੀਸ਼ਨ, ਕ੍ਰੋਨਿਕ ਕੰਡੀਸ਼ਨ। ਔਰ ਹਮੇਸ਼ਾ ਜਦੋਂ ਵੀ ਆਪਣੇ ਕੋਲ ਕ੍ਰੋਨਿਕ ਕੰਡੀਸ਼ਨ ਹੈਗੀ ਹੈ ਤਾਂ ਕ੍ਰੋਨਿਕ ਕੰਡੀਸ਼ਨ ਦੇ ਵਿੱਚ ਹਮੇਸ਼ਾ ਆਪਣੇ ਕੋਲ ਕੀ ਹੋਏਗਾ, ਮੋਨੋਸਾਈਟੋਸਿਸ ਦਾ ਜਿਹੜਾ ਅਮਾਊਂਟ ਹੈਗਾ ਉਹ ਇਨਕਰੀਜ਼ ਹੋਏਗਾ, ਠੀਕ ਹੈ। ਸੋ ਲਿਊਕੋਸਾਈਟੋਸਿਸ ਇਹ ਕੰਡੀਸ਼ਨ ਹੈਗੀ ਆ, ਬਟ ਇਹ ਕੰਡੀਸ਼ਨ ਕਦੋਂ ਹੋਏਗੀ, ਨੋਰਮਲ ਕੰਡੀਸ਼ਨ ਦੇ ਵਿੱਚ, ਜਦੋਂ ਕੋਈ ਇਨਫੈਕਸ਼ਨ ਹੋ ਰਹੀ ਹੈ, ਇਨਫਲੇਮੇਸ਼ਨ ਹੋ ਰਹੀ ਹੈ, ਕੋਈ ਐਵੇਂ ਦੀਆਂ ਕੰਡੀਸ਼ਨਸ ਆ ਰਹੀਆਂ ਨੇ, ਉਸ ਕੰਡੀਸ਼ਨਸ ਦੇ ਵਿੱਚ ਆਪਣੇ ਕੋਲ WBCs ਦਾ ਇਹ ਵਾਲਾ ਅਮਾਊਂਟ ਜਿਹੜਾ ਹੈਗਾ ਉਹ ਇਨਕਰੀਜ਼ ਹੋ ਰਿਹਾ, ਠੀਕ ਹੈ। ਬਟ ਉਹ ਆਪਾਂ ਚੈੱਕ ਕਰਨਾ ਕਿ ਕਿਹੜੀ ਕੰਡੀਸ਼ਨ ਦੇ ਵਿੱਚ ਕਿਹੜਾ ਮੀਨਸ ਕਿਹੜੀ ਟਾਈਪ ਆ, ਕਿਹੜੇ WBCs ਹੈਗੇ ਜਿਹੜੇ ਉਹ ਇਨਕਰੀਜ਼ ਹੋ ਰਹੇ ਆ, ਉਸ ਇਹ ਬੇਸਡ ਆਪਾਂ ਉਸ ਡਿਜ਼ੀਜ਼ ਕੰਡੀਸ਼ਨ ਨੂੰ ਕਲਾਸੀਫਾਈ ਕਰ ਦਿੰਦੇ ਹਾਂ, ਠੀਕ ਹੈ। ਸੋ ਸੈਕਿੰਡ ਕੰਡੀਸ਼ਨ ਜਿਹੜੀ ਹੈਗੀ ਰਿਐਕਟਿਵ ਪ੍ਰੋਲੀਫਰੇਸ਼ਨ ਦੇ ਵਿੱਚ, ਲੀਕੋਮੋਇਡ ਰਿਐਕਸ਼ਨ, ਠੀਕ ਹੈ। ਸੋ ਲਿਕੋਮੋਇਡ ਰਿਐਕਸ਼ਨ ਦੇ ਵਿੱਚ ਕੀ ਹੁੰਦਾ, ਜਿਹੜੇ WBCs ਹੁੰਦੇ ਆ ਉਹਨਾਂ ਦਾ ਅਮਾਊਂਟ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦਾ ਜਦੋਂ ਬੋਡੀ ਬਹੁਤ ਜ਼ਿਆਦਾ ਸਵੀਅਰ ਸਟਰੈਸ ਦੇ ਵਿੱਚ ਹੋਵੇ। ਮੀਨਸ ਜਿਹੜਾ ਲਿਕੋਮੋਇਡ ਰਿਐਕਸ਼ਨ ਦੇ ਵਿੱਚ ਹੈਗਾ ਕਿ WBCs ਦਾ ਅਮਾਊਂਟ 30,000 to 40,000 ਤੋਂ ਅਬਵ ਚਲਾ ਜਾਏਗਾ, ਤਾਂ ਉਸ ਕੰਡੀਸ਼ਨ ਨੂੰ ਆਪਾਂ ਲਿਕੋਮੋਇਡ ਰਿਐਕਸ਼ਨ ਬੋਲਦੇ ਹਾਂ, ਠੀਕ ਹੈ। ਸੋ ਇਹ ਕੰਡੀਸ਼ਨਸ ਆਪਾਂ ਕਿਉਂ ਕਲੀਅਰ ਕੀਤੀਆਂ ਨੇ, ਸੋ ਦੈਟ ਕਿ ਤੁਸੀਂ ਲਿਕਿਊਮੀਆ ਔਰ ਇਹਨਾਂ ਕੰਡੀਸ਼ਨ ਦੇ ਵਿੱਚ ਕਨਫਿਊਜ਼ ਨਾ ਹੋ। ਇਹ ਕੰਡੀਸ਼ਨਸ ਕਦੋਂ ਹੁੰਦੀਆਂ ਨੇ, ਜਦੋਂ ਨੋਰਮਲੀ ਬੋਡੀ ਦੇ ਵਿੱਚ ਇਨਫੈਕਸ਼ਨ ਅਰਾਈਜ਼ ਹੁੰਦੀ ਹੈ, ਤਾਂ ਉਸ ਟਾਈਮ ਜਿਹੜੇ WBCs ਦਾ ਅਮਾਊਂਟ ਇਨਕਰੀਜ਼ ਹੁੰਦਾ, ਤਾਂ ਉਸ ਲਈ ਆਪਾਂ ਇਹ ਟਰਮ ਯੂਜ਼ ਕਰਦੇ ਹਾਂ। ਬਟ ਇਨ ਕੈਂਸਰ ਦੀ ਕੰਡੀਸ਼ਨ ਦੇ ਵਿੱਚ ਕੀ ਹੁੰਦਾ, ਨਿਓਪਲਾਸਟਿਕ ਕੰਡੀਸ਼ਨ ਆ ਗਈ, ਉਸ ਕੰਡੀਸ਼ਨ ਦੇ ਵਿੱਚ ਆਪਣੇ ਕੋਲ ਲਿਕਿਊਮੀਆ ਪ੍ਰੈਜ਼ੈਂਟ ਹੋਏਗਾ। ਲਿਕਿਊਮੀਆ ਮੀਨਸ ਜਦੋਂ ਅਬਨੋਰਮਲੀ ਅਨਕੰਟਰੋਲੇਬਲੀ ਗਰੋਥ ਹੁੰਦੀ ਹੈ WBCs ਦੀ, ਤਾਂ ਜਦੋਂ ਹੁਣ ਕੈਂਸਰ ਕੰਡੀਸ਼ਨ ਹੋਏਗੀ, ਅਨਕੰਟਰੋਲ ਗਰੋਥ ਹੋ ਰਹੀ ਹੈ WBCs, ਤਾਂ ਉਹਨਾਂ ਦਾ ਜਿਹੜਾ ਫੰਕਸ਼ਨ ਹੈਗਾ WBCs ਦਾ ਉਹ ਵੀ ਕੀ ਹੋਏਗਾ, ਇੱਥੇ ਆਪਣੇ ਕੋਲ ਇੰਪੇਅਰਡ ਹੋਏਗਾ ਫੰਕਸ਼ਨ ਦਾ WBCs ਦਾ। ਨੋਰਮਲ ਕੰਡੀਸ਼ਨ ਦੇ ਵਿੱਚ ਕੀ ਸੀਗਾ, WBCs ਦਾ ਅਮਾਊਂਟ ਇਨਕਰੀਜ਼ ਹੋ ਰਿਹਾ, ਬਟ ਉਹਨਾਂ ਦੀ ਜਿਹੜੀ ਫੰਕਸ਼ਨਿੰਗ ਆ ਉਹ ਆਪਣੇ ਕੋਲ ਇੰਟੈਕਟ ਹੈ, ਆਪਣਾ ਫੰਕਸ਼ਨ ਪਰਫੋਰਮ ਕਰ ਰਹੇ ਆ। ਬਟ ਕੈਂਸਰ ਦੀ ਕੰਡੀਸ਼ਨ ਦੇ ਵਿੱਚ ਕੀ ਹੋਏਗਾ, ਅਬਨੋਰਮਲ ਗਰੋਥ ਹੋਏਗੀ WBCs ਦੀ, ਬਟ ਉਹਨਾਂ ਦਾ ਜਿਹੜਾ ਫੰਕਸ਼ਨ ਆ ਉਹ ਇੰਪੇਅਰਡ ਹੋ ਜਾਏਗਾ। ਨੈਕਸਟ ਆਪਣੇ ਕੋਲ ਆ ਗਿਆ ਨਿਓਪਲਾਸਟਿਕ proliferation of WBCs. So in this lecture we mainly focus on the leukemia. So leukemia is the neoplastic proliferation of the hematopoietic precursor cells, ठीक है। It may be myeloid cells or it may be stem lymphoid cells, ठीक है। So let me explain you here the production of the blood cells. So first, as we all know, the bone marrow is responsible for the blood cell production. So bone marrow, in bone marrow there is a stem cells, ठीक है। stem cells present होने हैं bone marrow ਦੇ ਵਿੱਚ, ठीक है। further they divided into the two types, myeloid stem cells and myeloid stem cells and lymphoid stem cells, ठीक है। ये दोनों सेल्स की करते हैं आगे फर्दर मीन्स RBCs WBCs की प्रोडक्शन करते हैं, ठीक है। सो हेयर लिम्फोइड सेल्स की मेनली लिम्फोइड स्टेम सेल ਦੇ ਵਿੱਚ ਆਪਣੇ ਕੋਲ ਕੀ ਪ੍ਰੋਡਿਊਸ ਹੁੰਦੇ ਆ, ਲਿम्फोब्लास्ट, ठीक है। लिम्फोब्लास्ट, ठीक है। ਅੱਗੇ ਲਿम्फोब्लास्ट ਕਨਵਰਟ ਹੋ ਜਾਂਦੇ ਆ ਮੈਚਿਓਰ ਲਿम्फोसाइट्स ਦੇ ਵਿੱਚ, ठीक है। ਲਿम्फोसाइट्स ਦੇ ਵਿੱਚ, ठीक है। lymphocytes means WBCs, ठीक है। और इधर आ गया अपने को माइलॉइड स्टेम सेल्स, ठीक है। माइलॉइड स्टेम सेल ਦੇ ਵਿੱਚ ਆਪਣੇ ਕੋਲ ਕੀ ਪ੍ਰੋਡਿਊਸ ਹੋਏਗਾ, ਮਾਈਲੋਇਡ ਬਲਾਸਟ, ਠੀਕ ਹੈ। ਮਾਈਲੋਇਡ ਬਲਾਸਟ ਸੈਲਸ ਅੱਗੇ ਫਰਦਰ ਕੀ ਕਰਦੇ ਆ, 3 ਆਪਣੇ ਕੋਲ ਜਿਹੜੇ ਬਲੱਡ ਸੈਲਸ ਪ੍ਰੋਡਿਊਸ ਹੁੰਦੇ ਆ ਇੱਥੇ, ਠੀਕ ਹੈ। RBCs, WBCs ਐਂਡ ਪਲੇਟਲੈਟਸ, ਠੀਕ ਹੈ। ਤਾਂ ਹੁਣ ਕੀ ਹੋ ਰਿਹਾ ਇੱਥੇ,
ठीक है। इस क्लासीफिकेशन के अकॉर्डिंग की अपने को बोन मैरो ਦੇ ਵਿੱਚ ਕੀ ਪ੍ਰੈਜ਼ੈਂਟ ਆਪਣੇ ਕੋਲ ਸਟੈਮ ਸੈਲ ਦੇ ਵਿੱਚ ਫਰਦਰ टू टाइप के सैल्स ने माइलोइड स्टैम सैल्स एंड द लिम्फोइड स्टैम सैल्स, ठीक है। लिम्फोइड स्टैम सैल्स तो अगे अपने कोल की प्रेजेंट होंगे हैं लिम्फोब्लास्ट, ठीक है। लिम्फोब्लास्ट अगे लिम्फोब्लास्ट की हैं दीज आर द इमैच्योर डब्ल्यू बेसिस, ठीक है। एक ही अपने कोल इमैच्योर डब्ल्यू बेसिस ने दैन इमैच्योर डब्ल्यू बेसिस अगे कन्वर्ट हो जाने हैं मैच्योर लिम्फोसाइट्स ਦੇ ਵਿੱਚ डब्ल्यू बेसिस ਦੇ ਵਿੱਚ, ठीक है। और दूसरी साइड अपने की आ रहा माइलोइड स्टैम सैल्स, ठीक है। तो माइलोइड स्टैम सैल्स ਦੇ ਵਿੱਚ ਕੀ ਹੁੰਦਾ ਆਪਣੇ ਕੋਲ ਮਾਈਲੋਇਡ ਸਟੈਮ ਸੈਲਸ ਤੋਂ ਕੀ ਬਣ ਰਿਹਾ ਮਾਈਲੋਇਡ ਬਲਾਸਟ, ਠੀਕ ਹੈ। ਮਾਈਲੋਇਡ ਬਲਾਸਟ ਕੀ ਹੋ ਗਿਆ ਆਪਣੇ ਕੋਲ ਇਮੈਚਿਓਰ ਸੈਲਸ ਆ ਗਿਆ, ਠੀਕ ਹੈ। ਅੱਗੇ ਫਰਦਰ ਇਹਨਾਂ ਤੋਂ ਜਿਹੜੀ ਫਰਦਰ ਡਿਵੀਜ਼ਨ ਹੁੰਦੀ ਹੈ, ਠੀਕ ਹੈ। ਆਰਬੀਸੀਸ ਦੀ ਪ੍ਰੋਡਕਸ਼ਨ ਹੁੰਦੀ ਆ, ਆਰਬੀਸੀਸ ਦੀ ਪ੍ਰੋਡਕਸ਼ਨ ਹੁੰਦੀ ਹੈ ਮੈਚਿਓਰ ਆਰਬੀਸੀਸ ਨॉन मैच्योर डब्ल्यू बेसिस और मैच्योर प्लेटलैट्स की प्रोडक्शन हो रही है, ठीक है। हुण मैं इस चीज़ से एम्फेसाइज क्यों कर रही हाँ क्योंकि अपनी पूरी क्लासीफिकेशन जी हैगी अगे लिक्यूमिया नूं आपां अगे फर्दर क्लासीफाई कर देना तो वो क्लासीफिकेशन टोटली इस चीज़ से डिपेंडेंट हैगी है, ठीक है। मीनस अगे जाके लिक्यूमिया की जी क्लासीफिकेशन है वो अपने को आ जाएगा एक्यूट लिक्यूमिया एंड क्रॉनिक लिक्यूमिया अगे फर्दर वो प्रिकर्सर सैल्स प्रिकर्सर सैल्स के अकॉर्डिंग और मीनस इमैच्योर और मैच्योर सैल्स के अकॉर्डिंग आप क्लासीफाई कर दें, इस करके मैं इस चीज़ से एम्फेसिस कर रही हूँ, ठीक है। सो हुण इत्थे अपने को दो वर्ड आए ने ब्लास्ट, ठीक है। माइलोइड ब्लास्ट और लिम्फोब्लास्ट, ठीक है। ब्लास्ट वर्ड का मीनिंग की हुंदा बर्ड फॉर्मेशन जिवें लाइक फ्लावर अपने कोल हुंदा, ठीक है। फ्लावर दे विच की हुंदा पहला बर्ड फॉर्मेशन हुंदी है दैन उस तो बाद की हुंदा उहदे विच पैटल्स राइज होंदियां ने, ठीक है। सो बर्ड की है अपने कोल एक इमैच्योर okay so classification is totally dependent on this diagram. So laterly we discuss about the classification divided into the acute and the chronic leukemia, ठीक है। सो acute condition ਦੇ ਵਿੱਚ ਕੀ ਆਏਗਾ ਹਮੇਸ਼ਾ ਜਿਹੜੀ acute condition ਹੁੰਦੀ ਹੈ that is more aggressive condition of the leukemia, ठीक है। so according to this diagram, ठीक है। ओके मैं एग्जाम्पल दे रही सी ਤੁਹਾਨੂੰ, ठीक है। एग्जाम्पल ਦੇ ਵਿੱਚ ਕੀ ਦੱਸ ਰਹੀ ਸੀ ਕਿ ਲਾਈਕ ਜਿਵੇਂ ਆਪਣੇ ਕੋਲ ਫਲਾਰ ਹੁੰਦਾ, ठीक है। ਫਲਾਰ ਦੇ ਵਿੱਚ ਕੀ ਹੁੰਦਾ ਪਹਿਲਾਂ ਫਲਾਰ ਕੀ ਹੁੰਦਾ ਡਾਇਰੈਕਟ ਪੈਟਲਸ ਨਹੀਂ ਨਿਕਲਦੀਆਂ, ਕਿੱਥੋਂ ਫੋਰਮੇਸ਼ਨ ਹੁੰਦੀ ਆ ਪਹਿਲਾਂ ਫਲਾਰ ਦੇ ਵਿੱਚ ਕੀ ਹੁੰਦਾ ਫਲਾਰ ਵਾਲੇ ਪਲਾਂਟ ਤੇ ਇੱਕ ਬਰਡ ਫੋਰਮੇਸ਼ਨ ਹੁੰਦੀ ਹੈ ਦੈਨ ਬਰਡ ਤੋਂ ਬਾਅਦ ਕੀ ਹੁੰਦੀਆਂ ਨੇ ਪੈਟਲਸ ਅਰਾਈਜ਼ ਹੁੰਦੀਆਂ ਨੇ, ਠੀਕ ਹੈ। ਤਾਂ ਉਹ ਬਰਡਸ ਤੋਂ ਬਾਅਦ ਇੱਕ ਫਲਾਰ ਦੇ ਵਿੱਚ ਕਨਵਰਟ ਹੋ ਜਾਂਦਾ ਫੁੱਲ ਫਲੈਜ ਫਲਾਰ ਦੇ ਵਿੱਚ, ਠੀਕ ਹੈ। ਸੇਮ ਆਪਣੇ ਕੋਲ ਇੱਥੇ ਐਵੇਂ ਹੈ ਕਿ ਬੋਨ ਮੈਰੋ ਦੇ ਵਿੱਚ ਆਪਣੇ ਕੋਲ ਕੀ ਪ੍ਰੈਜ਼ੈਂਟ ਹੈ ਸਟੈਮ ਸੈਲਸ ਪ੍ਰੈਜ਼ੈਂਟ ਹੈ, ਠੀਕ ਹੈ। ਸਟੈਮ ਸੈਲਸ ਫਰਦਰ ਅੱਗੇ ਡਿਵਾਈਡ ਹੈਗੇ ਆ ਮਾਈਲੋਇਡ ਸਟੈਮ ਸੈਲਸ ਔਰ ਲਿੰਫੋਇਡ ਸਟੈਮ ਸੈਲਸ, ਠੀਕ ਹੈ। ਦੈਨ ਇਸ ਤੋਂ ਇਹਨਾਂ ਤੋਂ ਕੀ ਪ੍ਰੈਜ਼ੈਂਟ ਹੋ ਰਿਹਾ ਆਪਣੇ ਕੋਲ ਲਿੰਫੋਬਲਾਸਟ ਮਾਈਲੋਇਡ ਬਲਾਸਟ ਔਰ ਬਲਾਸਟ ਵਰਡ ਦਾ ਮੀਨਿੰਗ ਕੀ ਹੁੰਦਾ ਬਰਡ ਫੋਰਮੇਸ਼ਨ ਮੀਨਸ ਆਪਣੇ ਕੋਲ ਇੱਥੇ ਇਮੈਚਿਓਰ ਸੈਲਸ ਆ ਗਏ, ਠੀਕ ਹੈ। ਦੈਨ ਲਿੰਫੋਬਲਾਸਟ ਤੋਂ ਅੱਗੇ ਪ੍ਰੋਡਕਸ਼ਨ ਹੋਏਗੀ ਮੈਚਿਓਰ डब्ल्यू बेसिस की, ठीक है। और माइलोइड ब्लास्ट की होएगा अपने को आ जाने आर बेसिस डब्ल्यू बेसिस एंड प्लेटलैट्स, ठीक है। तो हुण जी अपनी क्लासीफिकेशन है टोटली इस डायग्राम पर डिपेंडेंट हैगी है, ठीक है। मीनस आप अगे क्लासीफिकेशन फरदर डिवाइड कर दें एक्यूट कंडीशन, ठीक है, एक्यूट लिक्यूमिया और इधर अपने को आ जाएगा क्रॉनिक लिक्यूमिया, ठीक है, क्रॉनिक ल्यूकीमिया, ठीक है। सो एक्यूट कंडीशन दे विच अपने कोल की आएगा एक्यूट कंडीशन दे विच अपने कोल की आ जाएगा ALL, ठीक है, ALL, ठीक है। ALL मीन्स एक्यूट लिम्फोब्लास्टिक ल्यूकीमिया, एक्यूट लिम्फोब्लास्टिक ल्यूकीमिया, ठीक है। और क्रॉनिक कंडीशन के की आ जाएगा CLL, CLL मीनस क्रॉनिक लिम्फोसिटिक ल्यूकीमिया। So here is little bit difference in the terms. Here I mention acute lymphoblastic leukemia, ठीक है। इन क्रॉनिक कंडीशन ਦੇ ਵਿੱਚ ਕੀ ਆ ਰਿਹਾ क्रॉनिक ल्यूकीमिया ਦੀ ਕੰਡੀਸ਼ਨ ਦੇ ਵਿੱਚ ਕੀ ਆ ਰਿਹਾ क्रॉनिक लिम्फोसिटिक ल्यूकीमिया, ठीक है। ਤਾਂ ਹੁਣ ਆਪਾਂ ਇੱਥੇ ਆ ਜਾਓ
ਲਿੰਫੋਇਡ ਸਟੈਮ ਸੈਲਸ 'ਤੇ ਆ ਜਾਓ, ਠੀਕ ਹੈ। ਇੱਥੇ ਆਪਾਂ ਕੀ ਮੈਂਸ਼ਨ ਕੀਤਾ ਸੀ, ਲਿੰਫੋਇਡ ਸਟੈਮ ਸੈਲਸ ਤੋਂ ਕੀ ਪ੍ਰੋਡਕਸ਼ਨ ਹੋ ਰਹੀ ਹੈ, ਲਿੰਫੋਬਲਾਸਟ ਦੀ। ਦੇ ਆਰ ਇਮੈਚਿਓਰ WBCs, ਠੀਕ ਹੈ। ਔਰ ਆਪਣੇ ਕੋਲ ਜਿਹੜੀ ਲਿੰਫੋਸਿਟਿਕ ਕੰਡੀਸ਼ਨ ਆ ਉਹਦੇ ਵਿੱਚ ਆਪਣੇ ਕੋਲ ਕੀ ਆ, ਮੈਚਿਓਰ WBCs ਆ, ਠੀਕ ਹੈ। ਤਾਂ ਹੁਣ ਜਿਹੜੀ ਇਕਿਊਟ ਕੰਡੀਸ਼ਨ ਹੋਏਗੀ ਆਪਣੇ ਕੋਲ, ਠੀਕ ਹੈ, ਇਕਿਊਟ ਲਿੰਫੋਬਲਾਸਟਿਕ ਲਿਕਿਊਮੀਆ ਮੀਨਸ ਜਿਹੜੇ WBCs ਦੀ ਪ੍ਰੋਡਕਸ਼ਨ ਹੋ ਰਹੀ ਹੈ ਲਿੰਫੋਇਡ ਸਟੈਮ ਸੈਲਸ ਤੋਂ, ਠੀਕ ਹੈ। ਉਹਨੂੰ ਆਪਾਂ ਕਲਾਸੀਫਾਈ ਕਰਤਾ ਲਿੰਫੋਇਡ ਸਟੈਮ ਸੈਲਸ ਦੇ ਅਕੋਰਡਿੰਗ, ਠੀਕ ਹੈ। ਤਾਂ ਅਕਿਊਟ ਕੰਡੀਸ਼ਨ ਦੇ ਵਿੱਚ ਕੀ ਹੋ ਰਿਹਾ ਆਪਣੇ ਕੋਲ, ਜਿਹੜੇ ਅਕਿਊਟ ਕੰਡੀਸ਼ਨ ਕੀ ਹੁੰਦੀ ਆ, ਹਮੇਸ਼ਾ ਔਨਸੈਟ ਕੰਡੀਸ਼ਨ ਹੁੰਦੀ ਆ, ਹੈ ਨਾ, ਬਹੁਤ ਜਲਦੀ ਆਪਣੇ ਕੋਲ ਆਇਡੈਂਟੀਫਾਈ ਕੰਡੀਸ਼ਨ ਹੋ ਜਾਂਦੀ ਹੈ, ਠੀਕ ਹੈ। ਹੁਣ ਇਸ ਕੰਡੀਸ਼ਨ ਦੇ ਵਿੱਚ ਕੀ ਹੋ ਰਿਹਾ, ਜਿਹੜੇ ਪ੍ਰੋਡਕਸ਼ਨ ਹੋ ਰਹੀ ਹੈ ਮੀਨਸ ਪ੍ਰੀਕਰਸਰ ਸੈਲਸ ਆਪਣੇ ਕੋਲ ਜਿਹੜੇ ਇੱਥੇ ਆ ਰਿਹਾ, ਪ੍ਰੋਜੈਨੀਟਰ ਸੈਲਸ ਆ ਰਿਹਾ, ਲਿੰਫੋਬਲਾਸਟ, ਠੀਕ ਹੈ। ਇੱਥੇ ਹੀ ਆਪਣੇ ਕੋਲ ਕੀ ਆ ਗਿਆ, ਜਿਹੜੀ ਫਾਲਟੀ ਪ੍ਰੋਡਕਸ਼ਨ ਹੋ ਗਈ ਆ WBC ਦੀ ਸਟਾਰਟ, ਠੀਕ ਹੈ। ਮੀਨਸ ਨੈਕਸਟ ਸਟੈਪ 'ਤੇ ਤਾਂ ਆਪਾਂ ਮੂਵ ਹੀ ਨਹੀਂ ਕਰਨਾ, ਠੀਕ ਹੈ। ਇੱਥੇ ਹੀ ਆਪਣੇ ਕੋਲ ਕੀ ਹੋ ਗਿਆ, ਜਿਹੜੇ ਲਿੰਫੋਬਲਾਸਟ ਕੀ ਹੋ ਗਿਆ, ਫਾਲਟੀ ਹੋ ਗਿਆ। ਹੁਣ ਅਗਰ ਫਾਲਟੀ ਲਿੰਫੋਬਲਾਸਟ ਪ੍ਰੈਜੈਂਟ ਆ, ਫਾਲਟੀ ਬਰਡ ਪ੍ਰੈਜੈਂਟ ਆ, ਅੱਗੇ ਜਿਹੜੀ ਪ੍ਰੋਡਕਸ਼ਨ ਉਹ ਤੋਂ ਹੋਏਗੀ ਉਹ ਵੀ ਕੀ ਹੋਏਗੀ, ਫਾਲਟੀ ਹੀ ਹੋਏਗੀ, ਠੀਕ ਹੈ। ਤਾਂ ਇਸ ਕੰਡੀਸ਼ਨ ਨੂੰ ਆਪਾਂ ਕੀ ਕਰਦੇ ਹਾਂ, ਅਕਿਊਟ ਕੰਡੀਸ਼ਨ ਦੇ ਵਿੱਚ ਲੈਂਦੇ ਹਾਂ, ਠੀਕ ਹੈ। ਅਕਿਊਟ ਕੰਡੀਸ਼ਨ ਦੇ ਵਿੱਚ ਆਪਣੇ ਕੋਲ ਲਿੰਫੋਬਲਾਸਟਿਕ ਸੈਲਸ ਆ ਗਿਆ, ਮੀਨਸ ਜਿਹੜੇ ਇਮੈਚਿਓਰ ਸੈਲਸ ਨੇ, ਠੀਕ ਹੈ। ਤਾਂ ਉਸ ਕੰਡੀਸ਼ਨ ਨੂੰ ਆਪਾਂ ਜਿਹੜਾ ਇੱਥੇ ਮੈਂਸ਼ਨ ਕਰਦੇ ਹਾਂ, ਅਕਿਊਟ ਲਿੰਫੋਬਲਾਸਟਿਕ ਲਿਕਿਊਮੀਆ, ਠੀਕ ਹੈ। ਦੂਸਰੀ ਸਾਈਡ ਆਪਣੇ ਕੋਲ ਕ੍ਰੋਨਿਕ ਲਿਕਿਊਮੀਆ। ਕ੍ਰੋਨਿਕ ਲਿਕਿਊਮੀਆ ਦੀ ਕੰਡੀਸ਼ਨ ਦੇ ਵਿੱਚ ਕੀ ਆ ਰਿਹਾ, ਮੈਂ ਟਰਮ ਯੂਜ਼ ਕੀਤੀ ਆ ਲਿੰਫੋਸਿਟਿਕ, ਠੀਕ ਹੈ। ਸਿਟਿਕ ਵਰਡ ਦਾ ਮੀਨਿੰਗ ਕੀ ਹੁੰਦਾ, ਸਾਈਟ ਮੀਨਸ ਸੈਲਸ, ਠੀਕ ਹੈ। ਸੋ ਸਾਈਟ ਮੈਂ ਕਿਉਂ ਮੈਂਸ਼ਨ ਕੀਤਾ ਇੱਥੇ, ਕਿਉਂਕਿ ਜਿਹੜੇ ਇੱਥੇ ਆਪਣੇ ਕੋਲ ਲਿੰਫੋਬਲਾਸਟਿਕ ਸੀ, ਇੱਥੇ ਤੱਕ ਆਪਣੇ ਕੋਲ ਪ੍ਰੋਡਕਸ਼ਨ ਜਿਹੜੀ ਹੈਗੀ ਆ ਬਿਲਕੁਲ ਸਹੀ ਚੱਲ ਰਹੀ ਹੈ। ਬਟ ਲਿੰਫੋਬਲਾਸਟਿਕ ਫਰਦਰ ਅੱਗੇ ਜਦੋਂ ਲਿੰਫੋਸਾਈਟਸ ਕਨਵਰਟ ਹੋਏ, ਇੱਥੇ ਪ੍ਰੋਲੀਫਰੇਸ਼ਨ ਦੇ ਵਿੱਚ ਕੀ ਹੋ ਗਈ ਆ, ਪ੍ਰੋਬਲਮ ਆ ਗਈ ਹੈ, ਠੀਕ ਹੈ। ਜਿਹੜੇ ਲਿੰਫੋਸਾਈਟਸ ਆ, ਠੀਕ ਹੈ, ਉਹਦੀ ਜਿਹੜੀ ਇੱਥੇ ਜਾ ਕੇ ਜਿਹੜੀ ਲਿੰਫੋਸਾਈਟਸ ਦੀ ਅਨਕੰਟਰੋਲੇਬਲ ਪ੍ਰੋਲੀਫਰੇਸ਼ਨ ਹੋ ਰਹੀ ਹੈ, ਇਸ ਕੰਡੀਸ਼ਨ 'ਤੇ ਜਾ ਕੇ ਮੈਚਿਓਰ ਸਾਈਟਸ ਦੀ ਜਿਹੜੇ ਮੈਚਿਓਰ ਲਿੰਫੋਸਾਈਟਸ ਆ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਹੈਗੀ ਆ ਉਹ ਆਪਣੇ ਕੋਲ ਕੀ ਹੋ ਗਈ ਆ, ਮੀਨਸ ਫਾਲਟੀ ਹੋ ਗਈ ਆ, ਠੀਕ ਹੈ। ਇੱਥੇ ਆਪਣੇ ਕੋਲ ਅਨਕੰਟਰੋਲ ਗਰੋਥ ਹੋ ਰਹੀ ਹੈ, ਠੀਕ ਹੈ, ਲਿੰਫੋਸਾਈਟਸ ਦੀ। ਇੱਥੇ ਤੱਕ ਆਪਣੇ ਕੋਲ ਨੋਰਮਲ ਕੰਡੀਸ਼ਨ ਸੀਗੀ, ਠੀਕ ਹੈ। ਤਾਂ ਕ੍ਰੋਨਿਕ ਕੰਡੀਸ਼ਨ ਦੇ ਵਿੱਚ ਕੀ ਹੋਏਗਾ, ਲਿੰਫੋਸਾਈਟਸ ਦੀ ਜਿਹੜੀ ਇੰਪੇਅਰ ਹੋ ਰਹੀ ਹੈ, ਠੀਕ ਹੈ, ਪ੍ਰੋਲੀਫਰੇਸ਼ਨ ਹੋ ਰਹੀ ਹੈ, ਠੀਕ ਹੈ, ਮਲਿਗਨੈਂਟ ਔਰ ਮੈਟਾਸਟੈਸਿਸ ਹੋ ਰਿਹਾ ਇਸ ਕੰਡੀਸ਼ਨ ਦੇ ਵਿੱਚ, ਲਿੰਫੋਸਿਟਿਕ ਕੰਡੀਸ਼ਨ ਦੇ ਵਿੱਚ, ਠੀਕ ਹੈ। ਸੋ ਕ੍ਰੋਨਿਕ ਲਿੰਫੋਸਿਟਿਕ ਲਿਕਿਊਮੀਆ ਦੀ ਕੰਡੀਸ਼ਨ ਦੇ ਵਿੱਚ ਕੀ ਹੋਏਗਾ, ਲਿੰਫੋਸਾਈਟਸ ਮੀਨਸ ਮੈਚਿਓਰ WBCs ਦੀ ਪ੍ਰੋਡਕਸ਼ਨ ਦੇ ਵਿੱਚ ਅਨਕੰਟਰੋਲ ਗਰੋਥ ਹੋ ਰਹੀ ਹੈ, ਠੀਕ ਹੈ, ਇੱਥੇ ਮੈਚਿਓਰ WBC ਦੀ। ਬਟ ਅਕਿਊਟ ਕੰਡੀਸ਼ਨ ਦੇ ਵਿੱਚ ਕੀ ਹੋ ਰਿਹਾ ਸੀ, ਲਿੰਫੋਬਲਾਸਟਿਕ, ਠੀਕ ਹੈ। ਲਿੰਫੋਬਲਾਸਟਿਕ ਮੀਨਸ ਜਿਹੜੇ ਪ੍ਰੀਕਰਸਰ ਸੈਲਸ ਨੇ ਉਹਨਾਂ ਦਾ ਹੀ ਆਪਣੇ ਕੋਲ ਕੀ ਹੋ ਗਿਆ, ਅਨਕੰਟਰੋਲ ਔਰ ਅਨਨੀਡਡ ਗਰੋਥ ਹੋ ਰਹੀ ਹੈ, ਠੀਕ ਹੈ, ਲਿੰਫੋਬਲਾਸਟਿਕ ਸੈਲਸ ਦੀ, ਠੀਕ ਹੈ। ਸੋ ਇਹ ਇੰਨੀ ਚੀਜ਼ ਕਲੀਅਰ ਹੋ ਗਈ। ਸੈਕਿੰਡ ਹੀ ਆਪਾਂ ਇਹਦੇ ਨਾਲ ਹੀ ਮੈਂਸ਼ਨ ਕਰ ਦਿੰਦੇ ਹਾਂ, ਠੀਕ ਹੈ, ਅਕਿਊਟ ਕੰਡੀਸ਼ਨ ਨੂੰ, ਮਾਈਲੋਇਡ ਸਟੈਮ ਸੈਲਸ ਦੀ, ਠੀਕ ਹੈ। ਸੇਮ ਕੰਡੀਸ਼ਨ ਇੱਥੇ ਆ ਜਾਏਗੀ, ਠੀਕ ਹੈ, ਅਕਿਊਟ ਮਾਈਲੋਇਡ ਲਿਕਿਊਮੀਆ, ਠੀਕ ਹੈ। ਤਾਂ ਹੁਣ ਇੱਥੇ ਆਪਣੇ ਕੋਲ ਕੀ ਆਏਗਾ, ਅਕਿਊਟ ਮਾਈਲੋਬਲਾਸਟਿਕ ਲਿਕਿਊਮੀਆ, ठीक है। और दूसरी साइड अपने कोल की आ जाएगा CML, ठीक है। CML दे विच की हो गया, क्रॉनिक माइलोब्लास्ट नहीं आएगा, हुण इत्थे सीटिक वर्ड आएगा, माइलोसिटिक लिक्यूमिया, ठीक है। सो सेम यही कंडीशन इत्थे आ गई कि जो अपने कोल प्रीकर्सर सैल्स आ रहे हैं, लिंफोब्लास्ट आ रहे हैं, अक्यूट कंडीशन दे विच की हो रहा, जिहड़े माइलोब्लास्टिक सैल्स हैगे आ उन्हां दी फॉर्मेशन जिहड़ी हैगी अपने कोल फॉल्टी फॉर्मेशन हो रही है, अनकंट्रोल्ड ग्रोथ हो रही है, ठीक है। उहदे करके जिहड़ी कंडीशन अराइज हो रही है अपने कोल लिक्यूमिया दी, उहनूं आपां की बोलदे आ अक्यूट माइलोब्लास्टिक लिक्यूमिया, ठीक है। दूसरी साइड अपने कोल की हैगी क्रॉनिक माइलोसिटिक लिक्यूमिया, ठीक है। इस कंडीशन दे विच की हो रहा कि मैच्योर सैल्स जिहड़े हैगे आ, ठीक है, मैच्योर प्रोडक्शन सीगी जिहड़ी ओह अनकंट्रोल्ड हो गई, ठीक है। माइलोब्लास्टिक सैल्स तक जिहड़ी प्रोडक्शन सीगी बिल्कुल सही सीगी, उस तो बाद जिहड़ी प्रोडक्शन हैगी ओह इंपेयर्ड हो गई, ठीक है। सो अपने कोल 4 टर्मिनोलॉजी क्लीयर हो गई, ठीक है। सो थोड़ी बुक के अकॉर्डिंग उहदे विच 5th जिहड़ी टर्म 5th क्लासीफिकेशन पाई हुई है, डैट इज़ हेयरी सेल लिक्यूमिया, ठीक है। हेयरी सेल लिक्यूमिया इज़ ऑल्सो नोन एज HCL, ठीक है। तो HCL एंड सबसेट ऑफ CLL,
ठीक है। CLL मीनस, ठीक है, CLL ਆਪਾਂ ਇੱਥੇ ਡਿਸਕਸ ਕੀਤਾ ਸੀ ਕੀ ਸੀਗਾ, ਕ੍ਰੋਨਿਕ ਲਿੰਫੋਸਿਟਿਕ ਲਿਕਿਊਮੀਆ, ਠੀਕ ਹੈ। ਹੇਅਰੀ ਸੈਲ ਲਿਕਿਊਮੀਆ ਕੰਡੀਸ਼ਨ ਵਿੱਚ ਕੀ ਹੋਏਗਾ, ਮੀਨਸ ਆਪਣੇ ਕੋਲ ਜਿਹੜੀ ਇੱਥੇ ਕੰਡੀਸ਼ਨ ਹੈ ਉਹ ਕਲੀਅਰਲੀ ਆਇਡੈਂਟੀਫਾਈ ਨਹੀਂ ਹੋ ਪਾ ਰਹੀ, ਕਲੀਅਰਲੀ ਡਾਇਗਨੋਜ਼ ਨਹੀਂ ਹੋ ਪਾ ਰਿਹਾ, ਆਪਣੇ ਜਿਹੜੇ ਅਨਕੰਟਰੋਲ ਗਰੋਥ ਹੋ ਰਹੀ ਹੈ, ਠੀਕ ਹੈ, ਅਨਕੰਟਰੋਲ ਗਰੋਥ ਹੋ ਰਹੀ ਹੈ ਜਿਹੜੀ WBCs ਦੀ, ਉਹ ਆਪਾਂ ਨੂੰ ਕਲੀਅਰ ਨਹੀਂ ਹੋ ਪਾ ਰਿਹਾ, ਠੀਕ ਹੈ, ਕਿ ਉਹਦੀ ਰਿਜ਼ੈਂਬਲੈਂਸ ਕਿਸ ਕੰਡੀਸ਼ਨ ਦੇ ਨਾਲ ਹੋ ਰਹੀ ਹੈ, ਠੀਕ ਹੈ, ਲਿੰਫੋਸਿਟਿਕ ਲਿਕਿਊਮੀਆ ਦੀ ਕੰਡੀਸ਼ਨ ਦੇ ਨਾਲ ਹੋ ਰਹੀ ਹੈ, ਠੀਕ ਹੈ। ਬਟ ਕੀ ਹੋ ਰਿਹਾ ਕਿ ਬਹੁਤ ਜ਼ਿਆਦਾ ਜਿਹੜੇ ਉਹ ਸੈਲਸ ਨੇ ਬੋਡੀ ਦੇ ਵਿੱਚ ਸਪਰੈਡ ਹੋ ਗਿਆ, ਠੀਕ ਹੈ, ਮੀਨਸ ਆਪਣੇ ਕੋਲ ਕੰਡੀਸ਼ਨ ਜਿਹੜੀ ਹੈਗੀ ਆ ਅਨਕਲੀਅਰ ਹੋ ਰਹੀ ਆ, ਫਿਟ ਨਹੀਂ ਬੈਠ ਰਹੀ, ਆਪਾਂ ਕਿਸ ਪੈਟਰਨ ਦੇ ਵਿੱਚ ਉਹ ਸੈਲਸ ਨੂੰ ਆਪਾਂ ਫਿਟ ਕਰੀਏ, ਠੀਕ ਹੈ, ਕਿਹੜੀ ਕਲਾਸੀਫਿਕੇਸ਼ਨ ਦੇ ਵਿੱਚ ਫਿਟ ਕਰੀਏ, ਤਾਂ ਉਸ ਉਹ ਵਾਲੀ ਪ੍ਰੋਡਕਸ਼ਨ ਦੇ ਵਿੱਚ ਜਿਹੜੇ ਸੈਲਸ ਆਉਂਦੇ ਆ ਆਪਣੇ ਕੋਲ, ਠੀਕ ਹੈ, ਉਹਨੂੰ ਆਪਾਂ ਕੰਸੀਡਰ ਕਰਦੇ ਹਾਂ ਹੇਅਰੀ ਸੈਲ ਲਿਕਿਊਮੀਆ, ਠੀਕ ਹੈ। ਹੇਅਰੀ ਸੈਲ ਲਿਕਿਊਮੀਆ, it is a subset of the CLL. CLL means chronic lymphocytic leukemia, ठीक है। it doesn't fit neatly into any pattern, ठीक है, मीनस ਜਿਹੜੇ ਪਿੱਛੇ ਆਪਾਂ 4 ਪੈਟਰਨ ਕੀਤੇ ਉਹਨਾਂ ਪੈਟਰਨ ਦੇ ਵਿੱਚ ਉਹ ਕਿਤੇ ਫਿਟ ਨਹੀਂ ਆ ਰਹੇ ਸੈਲਸ, ਠੀਕ ਹੈ, ਤਾਂ ਆਪਾਂ ਇੱਕ ਅਲੱਗ ਤੋਂ ਕਲਾਸੀਫਿਕੇਸ਼ਨ ਦਿੱਤੀ ਉਹਨੂੰ ਹੇਅਰੀ ਸੈਲ ਲਿਕਿਊਮੀਆ।